ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 17ਵਾਂ। ਦੋਹਰਾ ਤਾਂਤੇ ਗਿਆਨੀ ਦਾ ਕਥਨ ਨਹੀਂ ਸਤ ਇਕ ਰੰਚ ਇਨ ਵੀ ਹੋਕਰ ਮੋਹ ਵਸ ਰਚ ਦੀਨਾ ਪਰਪੰਚ। ਜਾਂਤੇ ਗੁਰ ਜੀ ਧਰਮ ਤੁਜ ਕਰਤਨ ਐਸੇ ਕਾਜ ਜਿਨ ਤੇ ਤਿਨ ਕੋ ਨਾਮ ਪਰ ਆਵਤ ਭਾਰੀ ਲਾਜ। ਦੁਰਗਾ ਭਗਤ ਦੋਹਰਾ ਕਿਉਂ ਤੂੰ ਮਿਥਿਆ ਆਖਦਾ ਇਸ ਗਿਆਨੀ ਦੀ ਗੱਲ, ਜੇ ਤੈਨੂੰ ਇਤਬਾਰ ਨਾ ਪਾਸ ਉਹਨਾਂ ਦੇ ਚੱਲ। ਇੱਕ ਇੱਕ ਅੱਖਰ ਆਪਣਾ ਲਿਖਿਆ ਉਸਨੇ ਜੋਏ, ਬੜੇ ਤਜਰਬੇ ਨਾਲ ਹੈ ਝੂਠਾ ਕਿਉਂ ਕਰ ਹੋਏ। ਸਤਿਪੁਰਖ ਦੇ ਵਾਗ ਦੀ ਪੱਥਰ ਹੁੰਦੀ ਲੀਕ, ਤਾਂ ਤੇ ਗਿਆਨੀ ਜੋ ਕਿਹਾ ਸੋ ਸਭ ਠੀਕੋ ਠੀਕ। ਐਵੇਂ ਜਕੜ ਲਾਏ ਤੈਂ ਝੂਠੇ ਕਿਆ ਸੁਣਾਏ, ਜਿਸਨੇ ਕਰਕੇ ਯਤਨ ਵੱਡ ਦਿੱਤੇ ਗ੍ਰੰਥ ਬਣਾਏ। ਤਤ ਖਾਲਸਾ ਦੋਹਰਾ ਮੈਂ ਗਿਆਨੀ ਦੇ ਕਥਨ ਦਾ ਕਰਦਾ ਹਾਂ ਸਤਿਕਾਰ। ਘਰ ਪਰ ਉਹ ਉਤਨੀ ਅੰਸ਼ ਮੈਂ ਜੋ ਗੁਰਮਤਿ ਅਨੁਸਾਰ, ਜੋ ਗੁਰਮਤਿ ਦੇ ਉਲਟ ਹੈ ਕਥਨ ਗਿਆਨੀ ਕੇਰ। ਇਸਕੇ ਖੰਡਨ ਕਰਨ ਮੈਂ ਨਾ ਚਾਹੀਏ ਕੁਛ ਦੇਰ। ਮਿਥਿਆ ਕੋ ਮਿਥਿਆ ਕਹੇ ਨਾ ਲਾਗਤ ਹੈ ਦੋਸ਼, ਪਾਪ ਵੱਡੋ ਤਿਸ ਲਾਗ ਹੈ ਜੋ ਸੁਨ ਰਹੇ ਖਮੋਸ਼। ਦਸਮ ਗੁਰੂ ਪਰ ਦੋਖ ਜੋ ਲਾਵਤ ਕਰੇ ਗਿਆਨ, ਤਿਸਕੇ ਖੰਡਨ ਕਰਨ ਮੈਂ ਚਾਹੀਏ ਨ ਸ਼ਰਮਾਨ। ਚੌਪਈ ਫਿਰ ਇਹ ਚਾਰੇ ਕਵੀ ਵਿਚਾਰੇ ਜੋ ਦੁਰਗਾ ਦੇ ਭਗਤ ਕਰਾਰੇ। ਸਾਰੇ ਵੱਧ ਵੱਧ ਜੋਰ ਲਗਾਉਣ ਗੁਰ ਜੀ ਤੇ ਪ੍ਰਗਟ ਕਰਵਾਉਣ। ਅਰੇ ਸਿੱਧ ਕਰਨ ਸਭ ਬਾਤ ਪ੍ਰਗਟ ਹੋਈ ਸੀ ਜਗਮਾਤ। ਅਰ ਤਿਸਨੇ ਸੀ ਇਹ ਵਰ ਦੀਆ ਜੋ ਹੈ ਪੰਥ ਗੁਰੂ ਨੇ ਕੀਆ। ਇਸ ਖਿਆਲ ਵਿੱਚ ਸਾਰੇ ਦੌੜੇ ਲਾਏ ਜਿਤਨੇ ਬੜੇ ਗਪੌੜੇ। ਪਰ ਹਾਸੇ ਦੀ ਹੈ ਇਹ ਬਾਤ ਹਰ ਇੱਕ ਰਸਤਾ ਨਵਾਂ ਬਤਾਤ। ਆਪਸ ਵਿੱਚ ਨਾ ਮਿਲਦਾ ਕੋਈ ਅੱਡੋ ਪਾਟੀ ਕਰਦੇ ਜੋਈ। ਜਿਸ ਤੇ ਮਨ ਮੈਂ ਹੋਤ ਨਾ ਆਸਾ, ਕਿਸ ਤੇ ਕਿਸ ਦੇ ਉੱਪਰ ਹੈ ਪਰਵਾਸਾ। ਸੋ ਮੈਂ ਇੱਥੇ ਕਹਾਂ ਸੁਣਾਏ ਆਪੇ ਪਤਾ ਤੋਹ ਲੱਗ ਜਾਏ। ਇਸ ਪ੍ਰਕਾਰ ਤੂੰ ਆਪ ਵਿਚਾਰ ਸਭਨਾ ਵਿੱਚ ਕਿਹੜਾ ਸਚਿਆਰ। ਸਿਰਲੇਖ ਪਹਿਲੇ ਤਿੰਨਾਂ ਕਵੀਆਂ ਅਤੇ ਗਿਆਨੀ ਗਿਆਨ ਸਿੰਘ ਜੀ ਦਾ ਪਰਸਪਰ ਵਿਰੋਧ। ਭਾਈ ਸੁਖਾ ਸਿੰਘ ਜੀ ਗੁਰੂ ਜੀ ਨੂੰ ਜਦ ਸ਼ਿਕਾਰ ਖੇਡ ਕੇ ਆਏ ਤਦ ਸੰਕਲਪ ਆਇਆ ਆਖਦੇ ਹਨ। ਫਿਰ ਭਾਈ ਸੰਤੋਖ ਸਿੰਘ ਜੀ ਹਿੰਦੂ ਮੁਸਲਮਾਨਾਂ ਦਾ ਸਿੱਖਾਂ ਨੂੰ ਦੁੱਖ ਦੇਣ ਤੋਂ ਅਤੇ ਬਾਬਾ ਸੁਮੇਰ ਸਿੰਘ ਜੀ ਦੇਵੀ ਦਿੱਤੇ ਮਿਸ਼ਰ ਤੇ ਭੀਮ ਦਾ ਬਲ ਸੁਣ ਕੇ ਦੇਵੀ ਦੇ ਪੂਜਨ ਦਾ ਖਿਆਲ ਗੁਰੂ ਜੀ ਨੂੰ ਆਉਣਾ ਦੱਸਦੇ ਹਨ। ਪਰੰਤੂ ਭਾਈ ਗਿਆਨ ਸਿੰਘ ਜੀ ਗਿਆਨੀ ਇਹਨਾਂ ਸਾਰਿਆਂ ਤੇ ਵੱਖਰਾ ਆਖਦੇ ਹਨ ਕਿ ਇੱਕ ਦਿਨ ਦਰਬਾਰ ਵਿੱਚ ਬਹੁਤ ਸਾਰੇ ਗੁਣੀ ਲੋਕ ਬੈਠੇ ਸੀ। ਤਦ ਉਹਨਾਂ ਨੇ ਬਾਤਾਂ ਵਿੱਚ ਹੀ ਬਾਤ ਤੋਰ ਦਿੱਤੀ ਕਿ ਕਲਯੁਗ ਵਿੱਚ ਦੇਵਤਾ ਪ੍ਰਤੱਖ ਨਹੀਂ ਹੁੰਦਾ। ਜਿਸ ਪਰ ਗੁਰੂ ਜੀ ਨੇ ਕਿਹਾ ਕਿ ਹੋ ਜਾਂਦਾ ਹੈ, ਇਸ ਪਰ ਪੰਡਤ ਤਾਂ ਆਖਣ ਨਹੀਂ ਹੁੰਦਾ। ਇਸ ਪਰ ਪੰਡਤ ਤਾਂ ਆਖਣ ਨਹੀਂ ਹੁੰਦਾ, ਪਰ ਗੁਰੂ ਜੀ ਕਹਿਣ ਹੋ ਜਾਂਦਾ ਹੈ। ਤਦ ਜਿੱਦ ਪਰ ਆ ਕੇ ਗੁਰੂ ਜੀ ਨੇ ਆਖਿਆ ਕਿ ਲੇਵੋ ਹੁਣ ਅਸੀਂ ਦੇਵੀ ਪ੍ਰਤੱਖ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਜਿਸ ਤੇ ਸਾਰਾ ਉਦਮ ਉਸ ਜਿੱਦ ਪਰ ਕੀਤਾ। ਦੂਸਰਾ ਭਾਈ ਸੁੱਖਾ ਸਿੰਘ ਤੇ ਨੇ ਦਤਾਨੰਦ ਉਜੈਨ ਵਾਲੇ ਪਾਸੇ ਪ੍ਰਗਟ ਹੋਈ ਦੱਸੀ। ਅਰ ਸੰਤੋਖ ਸਿੰਘ ਜੀ ਨੇ ਕੇਸ਼ੋਦਾਸ ਤੋਂ, ਫਿਰ ਬਾਬਾ ਸੁਮੇਰ ਜੀ ਨੇ ਕਾਲੀਦਾਸ ਗੁਜਰਾਤੀ ਤੇ, ਪਰੰਤੂ ਗਿਆਨੀ ਜੀ ਨੇ ਬਿਸ਼ਨਪਾਲ ਅਰ ਸ਼ਿਵ ਬੱਕਰ ਨਾਮੇ ਦੋ ਹੋਰ ਹੀ ਬ੍ਰਾਹਮਣ ਦੱਸੇ ਹਨ। ਅਰ ਕੇਸ਼ੋਦਾਸ ਨੂੰ ਰੱਖ ਕੇ ਦਤਾਨੰਦ ਦਾ ਨਾਮ ਹੀ ਉਹਨਾਂ ਵਿੱਚੋਂ ਖਾਰਜ ਕਰ ਦਿੱਤਾ ਹੈ। ਤੀਸਰਾ ਭਾਈ ਸੁਖਾ ਸਿੰਘ ਜੀ 2.5 ਸਾਲ ਹਵਨ ਕਰਨ ਤੱਕ ਕੁਝ ਨਹੀਂ ਪ੍ਰਗਟ ਹੋਇਆ ਦੱਸਦੇ। ਅਰ ਗੁਰ ਦੇ ਪੁੱਛਣ ਪਰ ਪੰਡਤ ਨੇ 4 ਸਾਲ ਦੱਸੇ। ਫਿਰ ਭਾਈ ਸੰਤੋਖ ਸਿੰਘ ਜੀ 5ਵੇਂ ਮਹੀਨੇ ਹੀ ਸੁਪਨ ਵਿੱਚ ਦਰਸ਼ਨ ਦਿੱਤਾ ਆਖ ਕੇ 2.5 ਸਾਲ ਦੱਸਦੇ ਹਨ। ਅਤੇ ਬਾਬਾ ਸੁਮੇਰ ਸਿੰਘ ਜੀ 2 ਸਾਲ ਆਖਦੇ ਹਨ। ਪਰੰਤੂ ਗਿਆਨੀ ਜੀ ਨੇ
1754 ਬਿਕਰਮੀ ਦੇ ਆਰੰਭ ਕਰ 1755 ਅਰਥਾਤ ਸਾਲ ਵਿੱਚ ਹੀ ਸਭ ਕਿੱਸਾ ਪਾਰ ਲਾ ਦਿੱਤਾ ਹੈ। ਚੌਥਾ, ਭਾਈ ਸੁਖਾ ਸਿੰਘ ਜੀ ਕੇਵਲ ਪ੍ਰਗਟ ਹੋਈ ਆਖਦੇ ਹਨ, ਪਰ ਇਹ ਨਹੀਂ ਦੱਸਦੇ ਜੋ ਕਿੱਥੋਂ ਹੋਈ ਸੀ। ਅਰ ਭਾਈ ਸੰਤੋਖ ਸਿੰਘ ਜੀ ਪਹਾੜ ਪਰ ਖੜੀ ਸਿੰਘ ਪਰ ਅਸਵਾਰ ਦੱਸਦੇ ਹਨ। ਫਿਰ ਬਾਬਾ ਸੁਮੇਰ ਸਿੰਘ ਜੀ ਹਵਨ ਕੁੰਡ ਵਿੱਚੋਂ ਦੱਸਦੇ ਹਨ ਅਤੇ ਗਿਆਨੀ ਜੀ ਦੇਵੀ ਦੇ ਪਹਾਉਣ ਵਿੱਚੋਂ ਹੀ ਪ੍ਰਗਟ ਹੋਈ ਆਖਦੇ ਹਨ। ਪੰਜਵਾਂ, ਭਾਈ ਸੁਖਾ ਸਿੰਘ ਜੀ ਨੇ ਨਿਰਾ ਇਤਨਾ ਹੀ ਆਖਿਆ ਹੈ ਕਿ ਪੰਡਤ ਨੇ ਪੁੱਤਰਾਂ ਦੇ ਸੀਸ ਕਹੇ ਅਰ ਗੁਰੂ ਨੇ ਕਿਹਾ ਜਿਤਨੇ ਸਿੱਖ ਚਾਹੋ ਲੈ ਲਵੋ, ਕਿਉਂਕਿ ਸਾਨੂੰ ਨਾਦੀ ਹੀ ਚਾਹੀਦੇ ਹਨ। ਪਰ ਇਹ ਨਹੀਂ ਦੱਸਿਆ ਕਿ ਕਿਸੇ ਦੀ ਬਲੀ ਦਿੱਤੀ। ਪਰੰਤੂ ਸੰਤੋਖ ਸਿੰਘ ਜੀ ਆਖਦੇ ਹਨ ਕਿ ਕਈ ਸਿੱਖ ਬਲੀ ਦਿੱਤੇ ਅਰੇ ਆਪਣੇ ਸਰੀਰ ਪਰ ਵੀ ਗੁਰੂ ਜੀ ਨੇ ਕਰਦ ਨਾਲ ਘਾਉ ਲਗਾਏ। ਇਹਨਾਂ ਦੇ ਅੱਗੇ ਬਾਬਾ ਜੀ ਆਖਦੇ ਹਨ ਕਿ ਸੰਗਤੀਏ ਸਿੱਖ ਦੇ ਹੱਥ ਤਲਵਾਰ ਨਾਲ ਕੱਟ ਦਿੱਤੇ ਔਰ ਉਸ ਨੂੰ ਬਲੀ ਦੇ ਕੇ ਆਪਣੇ ਸਰੀਰ ਪਰ ਵੀ ਕਰਦਾਂ ਮਾਰੀਆਂ ਔਰ ਦੇਵੀ ਨੇ ਖੰਡਾ ਦਿੱਤਾ। ਪਰੰਤੂ ਗਿਆਨੀ ਜੀ ਲਿਖਦੇ ਹਨ ਕਿ ਗੁਰੂ ਜੀ ਨੇ ਚੀਚੀ ਉਂਗਲੀ ਤੇ ਰੁਦਰ ਦੀ ਬੂੰਦ ਦਿੱਤੀਆਂ ਔਰ ਦੇਵੀ ਨੇ ਨਿੱਕੇ ਜਿਹੀ ਕਰਦ ਪ੍ਰਦਾਨ ਕੀਤੀ। ਛੇਵਾਂ, ਭਾਈ ਸੁੱਖਾ ਸਿੰਘ ਜੀ ਦੇਵੀ ਹੀ ਪ੍ਰਗਟ ਹੋਣੀ ਦੱਸਦੇ ਹਨ ਔਰ ਸੰਤੋਖ ਸਿੰਘ ਜੀ ਅਤੇ ਬਾਬਾ ਜੀ ਉਸਦੇ ਮਗਰੋਂ ਹਨੂਮਾਨ ਪ੍ਰਗਟ ਹੋਇਆ ਆਖਦੇ ਅਤੇ ਉਸ ਦਾ ਕੱਛ ਦੇਣਾ ਆਖਦੇ ਹਨ। ਕਿੰਤੂ ਗਿਆਨੀ ਗਿਆਨ ਸਿੰਘ ਜੀ ਆਖਦੇ ਹਨ ਕਿ ਹਨੂਮਾਨ ਦੇਵੀ ਤੇ ਪਹਿਲੇ ਦਿਖਾਈ ਦਿੱਤਾ ਸੀ ਔਰ ਫਿਰ ਗੁੰਮ ਹੋ ਗਿਆ ਸੀ, ਜਿਸ ਵਿੱਚ ਕੱਛ ਦੇ ਦੇਣ ਦਾ ਕੋਈ ਜ਼ਿਕਰ ਨਹੀਂ ਕਰਦੇ। ਸਤਵਾਂ, ਹੋਰ ਸਾਰੇ ਗੁਰਬਿਲਾਸਾਂ ਵਾਲੇ ਦੇਵੀ ਦੇ ਗਲ ਵਿੱਚ ਸਿਰਾਂ ਦੀ ਮਾਲਾ ਆਖਦੇ ਹਨ ਅਤੇ ਗਿਆਨੀ ਗਿਆਨ ਸਿੰਘ ਜੀ ਲਾਲਾਂ ਦੀ ਮਾਲਾ ਦੱਸਦੇ ਹਨ। ਅੱਠਵਾਂ, ਭਾਈ ਸੁੱਖਾ ਸਿੰਘ ਜੀ ਹੱਥਾਂ ਵਿੱਚ ਸੱਪ ਅਰ ਸੰਤੋਖ ਸਿੰਘ ਜੀ ਸਿਰ ਅਰ ਸੱਪ, ਬਾਬਾ ਸੁਮੇਰ ਸਿੰਘ ਜੀ 8 ਸ਼ਸਤਰ ਅਤੇ ਗਿਆਨੀ ਜੀ ਹੱਥਾਂ ਵਿੱਚ 2 ਸਿਰ ਦੱਸਦੇ ਹਨ। ਨੌਵਾਂ, ਭਾਈ ਸੁੱਖਾ ਸਿੰਘ ਜੀ ਅੱਖੀਂ ਮੀਟਿਆ ਨਹੀਂ ਦੱਸਦੇ। ਭਾਈ ਸੰਤੋਖ ਸਿੰਘ ਜੀ ਆਖਦੇ ਹਨ ਕਿ ਅੱਖੀਂ ਮੀਟ ਲਈਆਂ ਸਨ, ਜਿਸ ਦਾ ਫਲ ਦੇਵੀ ਨੇ ਦੱਸਿਆ ਕਿ ਆਪ ਦੇ 40 ਸਾਲ ਮਗਰੋਂ ਪੰਥ ਦਾ ਤੇਜ ਵਧੇਗਾ। ਪਰੰਤੂ ਗਿਆਨੀ ਜੀ ਇਸ ਦਾ ਫਲ ਇਹ ਦੱਸਦੇ ਹਨ ਕਿ ਆਪ ਦਾ ਪੰਥ ਪਹਿਲੇ ਭੱਜ ਕੇ ਫਿਰ ਲੜੇਗਾ। ਦਸਵਾਂ, ਭਾਈ ਸੁੱਖਾ ਸਿੰਘ ਜੀ ਅਤੇ ਭਾਈ ਸੰਤੋਖ ਸਿੰਘ ਜੀ ਤਲਵਾਰ ਦੇਵੀ ਨੇ ਦਿੱਤੀ ਆਖਦੇ ਹਨ ਅਰ ਬਾਬਾ ਜੀ ਖੰਡਾ ਅਤੇ ਗਿਆਨੀ ਜੀ ਇੱਕ ਨਿੱਕੀ ਜਿਹੀ ਕਰਦ ਦਿੱਤੀ ਆਖਦੇ ਹਨ। 11ਵਾਂ, ਭਾਈ ਸੁੱਖਾ ਸਿੰਘ ਜੀ ਨੇ ਕਵਿਤਾ ਦਾ ਕੁਝ ਨਹੀਂ ਆਖਿਆ। ਸੁਮੇਰ ਸਿੰਘ ਜੀ ਆਖਦੇ ਹਨ ਕਿ ਦੇਵੀ ਨੇ ਖੁਦ ਗੁਰੂ ਜੀ ਪਾਸੋਂ ਛੰਦ ਸੁਣਨੇ ਲਈ ਆਖਿਆ, ਜਿਸ ਪਰ ਵਾਰ ਭਗਉਤੀ ਅਰ ਛੱਕੇ ਸੁਣਾਏ। ਪਰੰਤੂ ਗਿਆਨੀ ਜੀ ਆਖਦੇ ਹਨ ਕਿ ਪ੍ਰਗਟ ਹੋਈ ਦੇਖ ਕੇ ਹੀ ਗੁਰੂ ਜੀ ਛੱਕੇ ਸੁਣਾਉਣ ਲੱਗ ਪਏ। ਦੋਹਰਾ, ਇਹ ਚਾਰਾਂ ਦਾ ਕਥਨ ਜੋ ਅਰ ਤਿਸਮੈ ਵਿਰੋਧ, ਅੱਗੇ ਤੇਰੇ ਹੈ ਪਿਆ ਕਰ ਲੈ ਬਹਿ ਕੇ ਸੋਧ। ਕੋਈ ਕੁਝ ਹੈ ਆਖਦਾ ਕੋਈ ਆਖੇ ਕੁਝ, ਹੁਣ ਇਨ ਸਭਨਾ ਵਿੱਚ ਤੈਂ ਸੱਚਾ ਕਿਹੜਾ ਬੁੱਝ। ਸਾਰੇ ਸੱਚੇ ਹਨ ਨਹੀਂ ਹੈ ਇਨ ਮੈਂ ਕੋ ਇੱਕ, ਮੈਂ ਤੂੰ ਕਿਹੜਾ ਆਖ ਹੁਣ ਪਵੇ ਨਾ ਜਿਸ ਮੈਂ ਫਿੱਕ। ਭਾਵ ਇਹਨਾਂ ਚਾਰਾਂ ਗ੍ਰੰਥਾਂ ਜਾਂ ਗ੍ਰੰਥ ਕਰਤਾ ਦਾ ਦੇਵੀ ਪ੍ਰਗਟ ਕਰਨ ਵਾਲਾ ਪ੍ਰਸੰਗ ਔਰ ਇਹਨਾਂ ਵਿੱਚ ਜੋ ਪਰਸਪਰ ਵਿਰੋਧ ਹੈ, ਜੋ ਇੱਕ ਦੂਜੇ ਦੇ ਨਾਲ ਨਹੀਂ ਮਿਲਦਾ, ਇਸ ਜਗ੍ਹਾ ਕਥਨ ਕਰ ਦਿੱਤਾ ਹੈ। ਇਸ ਵਾਸਤੇ ਹੁਣ ਤੂੰ ਵੀ ਇਹਨਾਂ ਸਾਰਿਆਂ ਦੀਆਂ ਗਵਾਹੀਆਂ ਪਰ ਵਿਚਾਰ ਕਰਕੇ ਦੇਖ, ਜੋ ਇਹਨਾਂ ਵਿੱਚ ਸੱਚਾ ਕੌਣ ਹੈ ਔਰ ਉਸ ਦੇ ਸੱਚਾ ਹੋਣ ਪਰ ਕਿਆ ਸਬੂਤ ਹੈ। ਜਿਸ ਤਰ੍ਹਾਂ ਹਰ ਇੱਕ ਗਵਾਹ ਦੀ ਗਵਾਹੀ ਆਪਸ ਵਿੱਚ ਨਾ ਮਿਲਣੇ ਤੇ ਮੁਕੱਦਮਾ ਝੂਠਾ ਸਮਝਿਆ ਜਾਂਦਾ ਹੈ, ਇਸੇ ਤਰ੍ਹਾਂ ਇਹਨਾਂ ਦੇਵੀ ਪੂਜਨ ਸਿੱਧ ਕਰਨ ਵਾਲਿਆਂ ਕਵੀਆਂ ਦੇ ਕਥਨ ਵਿੱਚ ਵੀ ਪਰਸਪਰ ਵਿਰੋਧ ਸਾਬਤ ਹੋਣੇ ਤੇ ਇਹ ਸਭ ਮਿਥਿਆ ਪ੍ਰਲਾਪ ਹੀ ਸਿੱਧ ਹੁੰਦਾ ਹੈ। ਦੁਰਗਾ ਭਗਤ। ਦੋਹਰਾ, ਤੈਂ ਜੋ ਦੱਸਿਆ ਪਰਸਪਰ ਵੱਡਾ ਵਿਰੋਧ ਬਖਾਨ ਅਰ ਸਭ ਦੇ ਪ੍ਰਸੰਗ ਵਿੱਚ ਕੱਢੇ ਦੋਖ ਮਹਾਨ। ਸੋ ਭਾਵੇਂ ਸੱਚ ਹੈ ਜੋ ਕਵੀਆਂ ਦੀ ਚਾਲ,
ਇੱਕ ਦੂਜੇ ਤੇ ਵੱਖ ਹੈ, ਰਲੇ ਨਾ ਆਪਸ ਨਾਲ। ਚੌਪਈ। ਭਾਵੇਂ ਇਸ ਤੇ ਸਾਬਤ ਹੁੰਦਾ, ਸਭ ਨੇ ਢੰਗ ਆਪਣਾ ਗੁੰਦਾ। ਕੋਈ ਆਖੇ ਕੁਝ ਪ੍ਰਕਾਰ, ਦੂਜਾ ਦੱਸੇ ਹੋਰ ਪ੍ਰਕਾਰ। ਕੋਈ ਆਖੇ ਕੁਝ ਪੁਕਾਰ, ਦੂਜਾ ਦੱਸੇ ਹੋਰ ਪ੍ਰਕਾਰ। ਜਿਸ ਤੇ ਸਾਨੂੰ ਪਤਾ ਨਾ ਲੱਗਦਾ, ਕਿਹੜਾ ਉਲਟ ਚੌਹਾਂ ਮੈਂ ਵਗਦਾ। ਪਰ ਜੋ ਇਹ ਵਿਰੋਧ ਬਤਾਇਆ, ਸੋ ਸਭ ਕਥਨੀ ਅੰਦਰ ਆਇਆ। ਜੋ ਇੱਕ ਨਾਲੋਂ ਦਿਸਦਾ ਹੋਰ, ਅਰਤੈ ਖੰਡਿਆਂ ਲਾ ਕੇ ਜੋਰ। ਪਰ ਜੋ ਤਾਤ ਪਰੇ ਇਨ ਕੇਰਾ, ਸੋ ਹੈ ਇੱਕ ਨ ਦੂਜਾ ਟੇਰਾ। ओढ़ सबने यही बताई, गुर ने दुर्गा है प्रगटाई। इसमें किने न दसिया होर, बिल्ली जगह बताया चोर। ताते तात परे सब केरा, नहीं विरुद्ध एक ही हेरा। जो जल नदी वहे पुवाह, अपने अपने मार्ग जाह। पर सब मेल है सागर जाए, सबना दा इक्को है छाए। ताते सब विरोध तिस केरा, दूर होत लोगन है हनेरा। तैसे ही यह कवि प्रधान, अपने अपने कथन प्रमाण। करत एक से दूसर भिन्न, प्रगट जुदे जुदे कर चिन्ह। जिसते भुल जात नर सारे, देख विरोध परस्पर पहारे। पर जब लंबी तिष्ट निहारे, तब विरोध को मूल उखारे। जाते सबने यही सुनाई, प्रगट भई जगदम्बा माई। इसका खंडन किने न कीना, सबने मंडन प्रबल दीना। ताते हमारी सारी गाथा गई व्यर्थ, ताते तुमरी सारी गाथा गई व्यर्थ पटक कर माथा। इतने दुख दिखाए भारे, अर युक्ति प्रमाण अपारे। अंत विखे कुछ काम न आए, जब सब कवि एक मत पाए। भाव ਭਾਵੇਂ ਸਾਰੇ ਕਵੀਆਂ ਦੇ ਕਥਨ ਦਾ ਤਾਂ ਆਪਸ ਵਿੱਚ ਵਿਰੋਧ ਜ਼ਰੂਰ ਪਾਇਆ ਜਾਂਦਾ ਹੈ, ਜਿਸ ਦੇ ਇੱਕ ਦੂਜੇ ਦੇ ਨਾਲ ਨਹੀਂ ਮਿਲਦਾ। ਔਰ ਇਸ ਦੇ ਵਿਚਾਰਨ ਤੇ ਇਹ ਬਾਤ ਵੀ ਸਿੱਧ ਹੋ ਜਾਂਦੀ ਹੈ ਕਿ ਸਭ ਮਿਥਿਆਵਾਦੀ ਹਨ, ਪਰੰਤੂ ਜਦ ਅੰਤ ਨੂੰ ਸਭ ਦਾ ਸਿਧਾਂਤ ਇੱਕ ਦੇਖਿਆ ਜਾਂਦਾ ਹੈ। ਹਰ ਦੇਵੀ ਦੇ ਪ੍ਰਗਟ ਹੋਣ ਪਰ ਕਿਸੇ ਦਾ ਵੀ ਵਿਰੋਧ ਨਹੀਂ ਹੈ, ਤਦ ਇਹਨਾਂ ਦਾ ਪਰਸਪਰ ਵਿਰੋਧ ਕਥਨ ਕਰਨਾ ਮੰਨ ਕੇ ਵੀ ਦੇਵੀ ਪ੍ਰਗਟ ਹੋਣ ਵਿੱਚ ਸਭ ਦੀ ਸੰਮਤੀ ਦੇਖ ਕੇ ਇਹ ਮੰਨਣਾ ਪੈਂਦਾ ਹੈ ਕਿ ਇਸ ਵਿਖੇ ਕੋਈ ਵਿਰੋਧ ਨਹੀਂ ਹੈ, ਜਿਸ ਤੇ ਜ਼ਰੂਰ ਦੇਵੀ ਪ੍ਰਗਟ ਹੋਈ ਸੀ। ਤਤ ਖਾਲਸਾ ਦੋਹਰਾ। ਇਹ ਵੀ ਕਥਨੀ ਤੁਧ ਦੀ ਅਹੇ ਤੁਛ ਸਮ ਤੁਲ, ਯੁਕਤ ਪੌਣ ਕੇ ਸਾਹਮਣੇ ਯੁਕਤ ਪੌਣ ਕੇ ਸਾਹਮਣੇ ਰਹੇ ਨਾ ਠਾਂਡੀ ਮੂਲ। ਹੋਰ ਗਵਾਹੀ ਦੀ ਜਰਾ ਇਸ ਵਿੱਚ ਨਾ ਹੀ ਲੋੜ, ਚੌਥੇ ਗਿਆਨੀ ਕਵੀ ਦਾ ਸੁਣ ਲੈ ਸਭ ਨਿਚੋੜ। ਆਪਣੇ ਪਹਿਲੇ ਕਥਨ ਵਿੱਚ ਕਰਦਾ ਦੇਵੀ ਸਿੱਧ, ਉਹ ਦੂਜੀ ਵੇਰ ਹੈ ਦੱਸਦਾ ਕਰਮ ਨਖਿੱਧ। ਭਾਵ ਇਹਨਾਂ ਕਵੀਆਂ ਦੇ ਕਥਨ ਨੂੰ ਮਿਥਿਆ ਸਿੱਧ ਕਰਨ ਵਾਸਤੇ ਹੋਰ ਕਿਸੇ ਯੁਕਤੀ ਦਾ ਜਾਂ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ, ਕਿੰਤੂ ਗਿਆਨੀ ਗਿਆਨ ਸਿੰਘ ਜੀ ਦਾ ਨਵੇਂ ਪੰਥ ਪ੍ਰਕਾਸ਼ ਵਿੱਚ ਇਸੇ ਪ੍ਰਸੰਗ ਪਰ ਜੋ ਲੇਖ ਹੈ ਸੋ ਸਾਬਤ ਕਰਦਾ ਹੈ ਕਿ ਜੋ ਕੁਝ ਅਸੀਂ ਪਹਿਲੇ ਦੇਵੀ ਦੇ ਪ੍ਰਗਟ ਹੋਣ ਪਰ ਲਿਖਿਆ ਸਾ ਸੋ ਅਗਿਆਨਤਾ ਦਾ ਖਿਆਲ ਸਾ, ਪਰੰਤੂ ਜਦ ਗੁਰੂ ਜੀ ਨੇ ਸਾਡੇ ਪਰ ਕਿਰਪਾ ਕੀਤੀ ਅਰ ਗਿਆਨ ਦਿੱਤਾ, ਤਦ ਅਸੀਂ ਆਪਣੇ ਪਹਿਲੇ ਖਿਆਲ ਦਾ ਖੰਡਨ ਕਰਕੇ ਦੱਸਿਆ ਕਿ ਗੁਰੂ ਜੀ ਨੇ ਕੋਈ ਦੇਵੀ ਪ੍ਰਗਟ ਨਹੀਂ ਕੀਤੀ ਸੀ। ਇਸ ਵਾਸਤੇ ਜੋ ਅਸੀਂ ਪਹਿਲੇ ਪੰਥ ਪ੍ਰਕਾਸ਼ ਵਿੱਚ ਸਿੱਧ ਕੀਤੀ ਹੈ ਸੋ ਅਗਿਆਨ ਕਾਲ ਦੇ ਖਿਆਲ ਨਾਲ ਸੀ। ਉਸ ਦਾ ਅਸਲੀ ਪ੍ਰਸੰਗ ਇੱਥੇ ਲਿਖ ਕੇ ਪ੍ਰਗਟ ਕੀਤਾ ਜਾਂਦਾ ਹੈ। ਯਥਾ ਨਵਾਂ ਪੰਥ ਪ੍ਰਕਾਸ਼। ਇੱਕ ਦਿਨ ਪੰਡਤ ਨੇ ਵਿੱਚ ਸਭਾ, ਬੂਝਿਓ ਪੰਡਤ ਤੈਂ ਇਸ ਢਬਾ। ਭੀਮ ਕਰਨ ਅਰਜਨ ਲੋ ਜੋਧੇ, ਲਿਖੇ ਅਤਿਅੰਤ ਬਲੀ ਹਮ ਸੋਧੇ। ਬਸਨ ਪਤਾਲ ਗਗਨ ਪਰ ਜਾਨਾ, ਮਨ ਭਾਵਨ ਕਮ ਕਰ ਦਿਖਲਾਨਾ। ਬੱਬਨ ਬਾਹਰ ਨ੍ਰਿਪਸ ਧਨਾ, ਜਿਨਕਾ ਬਲ ਸਮ ਈਸ ਵਰਨਾ। ਇਤ ਯਾਦਿਕ ਗਾ, ਜੋ ਔਰੇ ਵਰਨੀ ਬੀਜ ਗ੍ਰੰਥਨ ਗੌਰੇ।
रोचक है के यथार्थ भाखी कह उपमा मात्र ही राखी। इसका उत्तर दीजै मच्चा इसका उत्तर दीजै सच्चा सुन दिज जाल लोभ हित रचा। धन लेवै हित बयोत बनाई बरगलान सिखन के ताई। बोलियो अर्जन आदिक सारे भये बली प्रतापी पहारे। जग होम सो करत रहाए जाते प्रगट देवता ताए। तिनते लै बर दोए बली बांछित करत रहे विद बली। सिखन कहो सुनो दिज राई हम तय क्रिया करावो साई। जिसते प्रगट होवे देव लैबर छत्र हरै सब एव। सुन पंडित खुश होयो पहारी मन ही मन में ए विचारी। अब मम जाल बीज सिख आए लैहो बाछत धन अदकाए। ए मथ के दिज बोलियो एव जदप कल मैं बिदत न देव। तो भी जे दौलत को लावै अनुष्ठान पूरा करवावै। क्यों ना देवता फिर प्रगटा है बाछत बार कर ताको देहा। पहले एक बड़ यज्ञ भवै है तिसमें दिज वर परखे जै है। बेदी मंत्री धर्मी सूहे जो निकसे गे ब्राह्मण पूरे। उनते यज्ञ होम करवै है वर्णी होम वर्ष एक थे है। देवी प्रगट होएगी तबै बार दे काज सुधारे सबै। निज मतलब के वचन अपारे भाखे दिज ऐसे प्रकारे। जो सुन सिख मान गे सारे पंडित जी खुश होए पहारे। सिखन बात सर्ब गुर पास भाखी जब गुर बोले खास। हे दिजवर जो तुम फुरमै है कल मैं नहीं देव प्रगटा है। बेजुगती ये वचन तुम्हारे मानन जोग नहीं है प्यारे। ये पिछले जुगन में एव प्रगट होत रहे हैं देव। तो अब भी प्रगट हो जाए हैं बार शराप हम किछु न चाहें। क्यों के हम अकाल के बालक हैं जो सुर नर सब का मालक। कोटन कोट ब्रह्मंड पालक सर्व देव देवी का चालक। सो प्रभ सर्व कला समरथ उसका हमरे सिर पर हाथ। फिर क्यों देवी देव आराधे जो तिस हिर तिन साधन साधै। हाथ जोड़ के दीनन न्यायी खड़े रहत प्रभ के दर जाई। जैसे और जीव प्रभ के हैं तैसे जीव देव भी वह हैं। फिर हमें उनको काहे ध्यावैं यज्ञ होम बेशक करावैं। ये तो धर्म हमारा सार करत रहे नृप मुनि अवतार। सो तो हम भी करना चाहें जिसते सब सृष्टि सुख पै है। एक तो अब दुर्भिख अत भारी है पड़ रहे हो ना बरसत वारी। दूसर भारत वर्ष मझारे महामरी पड़ रही अपारे। तृतीय जो नर नारी आरज होए रहे निज धर्मो खारज। पाप को कर्मन मैं सब लागे इसी हेत बल रहे अभागे। यज्ञ हमन लो सुकृत जय है हाकम तुर्क कर्ण ना दे है। हम जब हमन जगह कर वह खुश वह कान जल बहु वर्ष है। दुर्भिख नसै अन्य बहुत है धरनी रस सब वेद प्रगट है। पवन हवन तै शुद्ध हवा है रोग शोक सब दूर नसै है। बुद्ध शुद्ध नर नारक बुद्ध शुद्ध नर नारन थ है। सुकृत सब करने लग जाय है। नसे अविद्या विद्या है सूरवीरता दृढ़ प्रगटा है। वर्णा आश्रमी जन है जेते कायरता कर पूर्ण तेते। भेड़ बकरियां सम होर है बाछत काम तुर्क तबल है। इन्हें हवन की पवन लगा जब शेर बघियाड़ नसे वह हैं तब। सूरवीरता उर्मै जग है धर्म पुरातन करने लग है। प्रभता दे अरोग कराती विजय ज्ञान संतत सुखदाती। निरभयता जस गुण देवी सब निरभयता जस गुण दैवी सब। होए प्राप्त गोरख हर मैं तब। बालक भगवान प्रगटै है रोग शीतला याद नसै है।
कामादिक सब असुरी संपत, यज्ञ होम को पिख कै कंपत, उत्तम गुण सत आदिक जय है, 52 कहे वेद ऋग में है, सो अवस जग में बरता है, यज्ञ हवन विभवत जब थ है। दोहरा ਇਹ ਸੁਨ ਤਿਜ ਵਾਰ ਖੁਸ਼ੀ ਹੋਏ, ਕਹਿਓ ਆਪ ਅਵਤਾਰ, ਸਤਿਗੁਰ ਪ੍ਰਗਟੇ ਜਗਤ ਮੈਂ ਤਾਰਨ ਹਿਤ ਸੰਸਾਰ। ਚੌਪਈ ਆਪ ਹਵਨ ਕੇ ਨਫੇ ਜੋ ਗਾਏ, ਹੋਏ ਅਵਸ਼ ਨੇਵ ਸਭ ਭਾਏ, ਪਰ ਉਪਕਾਰ ਜਗਤ ਪਰ ਭਾਰੀ, ਹੋਏ ਆਪ ਕਾ ਜਸ ਸੁਖਕਾਰੀ। अनुष्ठान जब पूर्ण थ है, दुर्गा भी अवश्य प्रगटा है, बाछत बत रावर को दह है, सगरे कारज सिद्ध करै है, और पितृ देवता सारे होए प्रसन्न असीस उचारे। दुर्भिख महामरी लो कष्ट, नष्ट होए सुख भवै समष्ट। यज्ञ हवन के गुण बेअंत, गावत जे सुरत दिजवर संत। पलंग सब जग पर गाडै, तेज प्रताप हिंद का बाडै। बड़ उपकार आपका थ है, पर एक बिनय और हम कह है, ऐसे कार्य अत उत्तम हित, चाहिए दिजवर भी इंद्रे जित। धर्मी वेद मंत्र के ज्ञाता, सो कर हैं एक काज बखियाता। दिज की बतियां सुनकर सतगुर, विप्रन के प्रख नकी, विप्रन के परखन की ठाट और। बोल मसंद मेवड़ियो ताई, या बिद दीनो हुक्म गुसाई। करो समग्री संग्रह भारी, यज्ञ होम करने की सारी। मान बचन उन गुर का तभी, यज्ञ समान ना यार। मान बचन उन गुर का तभी, यज्ञ समान यारक यस बही। मान बचन उन गुर का तभी, यज्ञ समानत यार किया सबही, तैयार किया सबही। मान बचन उन गुर का तभी, यज्ञ समान तैयार किया सब ही। लाडू करे कचौरी खस्ता, और कच्छन और छकन की बहुविध वस्ता। 1753 साल, खबर देश में पही विशाल। विप्र देश विदेशी आए, सतगुर बाड़े दो बनवाए। एक देश भोजन पह्यो समास, एक दिन भोजन भयो मास। दूसर दिशा भयो बिनमास। विप्रन को गुरु हुक्म सुनायो, भोजन छको विप्र मन भायो। मोहर दक्षिणा मास आहारी, पावे गौतम लियो विचारी। जो प्रसाद मास बिन खै है, एक रजत पान दक्षिणा पै है। चोजी रचियो गुरु ए चोज, विप्र छकै तुहूं दिस रोज। किंचित ही निर्मास रहाए, बाकी सब समास दिज थाए। किंचित ही निर्मास रहाए, बाकी सब समास दिज खाए। 5 दे उन्हें रुपये, हांग दे सो बैलन पहिए। जो धर्मी निर्मास रहाए, सो सादर गुर रखे टिकाए। तिनको दक्षिणा मुहरे दीनी, बरणी हवन जोग लय चीनी। उनमें केशव था बख्याता, मंत्र शास्त्र वेद ज्ञाता। हवन हेतु उन जितक समगरी, लिखवाई सो आई अगरी। चंदन कुंकम लौंग सुपारी, जाव तिल दाख नरेल अपारी। सहद कपूर खंड कृत आदक, कीनी जमा वस्त सुख साधक। ਸਾਹਿਬ ਸੀਸ ਕਿਰਪਾਲ, ਗੁਰਬਖ ਸਾਦੀ ਪਚੰਦ ਆਦਿਕ ਬਹੁ ਸਖਸ਼। ਕੀਨੋ ਤਈ ਨਾਦ ਬਚ ਕਹੇ, ਸਰਬ ਸਮਗਰੀ ਹਾਜ਼ਰ ਰਹੇ। दोहरा आनंदपुर तट सतलुजै, गुर के भाग मझार। हवन होन लागया तहाँ
ਪਿਖ ਅਸਬਾਨ ਉਦਾਰ। ਦਵਈਆ ਛੰਦ। 1754 ਚੇਤਰ ਨਵਰਾਤੇ ਕੇ ਮਾਹੀ। ਲਗਨ ਮਹੂਰਤ ਸੋਧ ਭਲੇ ਸਭ ਹਵਨ ਅਰੰਭਿਓ ਵਾਹੀ। ਕੇਸ ਹਵਨ ਕਰਾਵਨ ਬੈਠੋ ਗੁਰੂ ਅਹੂਤੀ ਦੇਤੇ। ਬਰਨੀ ਕਰਨੀ ਔਰੇ ਵਿਪਰਨ ਠਾਨੀ ਛਾਂਤੀ ਹੇਤੇ। ਸਾਮਗਰੀ ਜੁਤ ਪਰਨਾਰੇ ਸਮਧਾਰਾ ਕਿਰਤ ਪਵੈ ਹੈ। 4 ਮਾਸ ਤੈ ਹਵਨ ਭਇਓ ਜਬ ਬਰਖਾ ਲਗੀ ਅਤੇ ਹੈ। ਫਿਰ ਨੈਣਾ ਦੇਵੀ ਦੇ ਟਿੱਲੇ ਪਰ ਅਸਥਲ ਪੇਖ ਸੁਹਾਵਨ। ਜਾਏ ਹਵਨ ਕਰਨੇ ਗੁਰੂ ਲਾਗੇ ਤਿਜਵਰ ਬੈਠ ਕਰਾਵਨ। ਦੇਸ਼ ਵਿਦੇਸ਼ ਬਾਤ ਇਹ ਚਾਲੀ ਗੁਰੂ ਦੇਵੀ ਪ੍ਰਗਟਾਵਨ। ਸਿੱਖ ਅਸਿੱਖ ਹੋਏ ਖੁਸ਼ ਕਹਿ ਅਬ ਗੁਰ ਤੁਰ ਕੈ ਕਹਾਵਨ। ਨਿਰਪ ਪਹਾੜੀ ਧਰ ਕਰ ਸ਼ਰਧਾ ਪਿਖਨ ਵਕੀਲ ਪਠਾਵਨ। ਹਵਨ ਸਮਗਰੀ ਸੰਗਤ ਗੁਰ ਕੀ ਲਾਗੀ ਅਦਕ ਪਹੁੰਚਾਵਨ। ਸਾਲ ਬਿਤਿਓ ਇੱਕ ਜੋਹੀ ਜਬ ਤਬ ਦਿਜਵਰ ਗੁਰੈ ਪੂਛਿਓ। ਦੁਰਗਾ ਥਾਰੀ ਕਬ ਪ੍ਰਗਟੇਗੀ ਕੇਸ਼ਵ ਉੱਤਰ ਦਿਓ। ਕਿਸੇ ਕੁਲੀਨ श्रेष्ठ नर की बलि दे अब लियाए। होवेगी तब प्रगट देवी भर लीजो मन पहाए। हंसकर गुरु कहो पंडित जी जैसा नर तू कह है। सो तुम सम कुलीन उत्तम जान कहो कौन जग में है। अब हम बलि तुम्हारी दे हैं जब प्रगटेगी माई। पहले तिसते तुम्हें जवाकै फिर बर मांगे भाई। सुन पंडित जी साच मान कै दहल सुनायो ऐसे। मैं सुचेत होए नाए आए तो हवन करो तुम वैसे। ठान बहाना जब वह खिसक्यो और गए द्विज डर है। अनक बहाने राच राच भागे मत हमको गुरफर है। हवन करियो तब गुरु अकेले टहर त्रे 10 एक रस। ध्यान काल पुरख में पाके 10 इंद्र मन कर वस। प्रगटी जोत अकाल तबै दिव ध्यान धरत नित जाहू। पेख मस्त खुश थिए आत्मा बार गुर चहियो न काहू। तो भी उसी जोत तै बानी सतगुरे सुन पाई। पंथ तुम्हारा चलै वीर बहड धर पर सदा रहाई। दोहरा। तब गुर सर्ब समगरी हवन कुंड के माहे। एका थिर जब पादई चानन भये महा है। दूर दूर लो चांदना लोगन पेख निर्धार। जान्यो प्रगटा दुर्ग शाह प्रगटाई गुरुसार। तब अब तुर्कन के जुल्म तै छुट जाए हिंदुआन। मुसलियां को गुर मार है नानक ने कमसान। चौपई। या बिद कर सतगुरु निज कारज आनंदपुर दिस आए आर्य। नंगी तेग हाथ में लिए आवत मस्त मोद मन थिए। जाए मिले मग में नर जेई बूझत रहे नमो कर तेई। महाराज देवी प्रगटाई गुर सेनत दिस तेग कराई। राव सम दिवत तेज गुर केम अदक अदकन जात किसी किते हेर। राव सम दिवत तेज गुरु केम अदकन जात किसी ते हेरम। पेख तेग बिजली सम चमकत तीछन भीछन अतिशय दमकत। सब लोगों ने निश्चय ठई ए तेग देवी ने दही। पुनः एहो बात जगत बिद ताई जो अबलो है फैल रहाई। सिखन पुस्तकों में लिख राखी सोई पिख साखी। पर साखी मैं भी मारी भुलकै खास। पहले बीच पंथ प्रकाश सो फैलियो बहु जगत मझारी। अब सतगुरु जब कृपा तहारी बख्शी शुद्ध बुद्ध। बख्शी शुद्ध बुद्ध तिन साची आप प्रेरियो सतगुरु साची। साची साखी तब फुर आई लिखी सो जो गुरु लिखाई। दोहरा। देवी इष्ट न गुरु का बनत किसे प्रकार। पूजी पूजी नाही कभी किसी गुरु ने ठहार। दोहरा।
ਦੇਖਿਆ ਚੌਥਾ ਸੰਤ ਜੀ ਗਿਆ ਤਿਹਾਂ ਦੇ ਫੁੱਟ, ਜਿਸ ਤੇ ਦੁਰਗਾ ਪੂਜਨੀ ਗਈ ਮਾਲ ਅਬ ਟੁੱਟ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।